Hello and welcome back to my YouTube channel. My name is Amninder. I hope you all are doing great in your life and enjoying your life. So आज ਦੀ ਵੀਡੀਓ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੋਣ ਵਾਲੀ ਹੈ ਬਿਕਾਜ਼ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਮਾਈ ਯੂਨੀਵਰਸਿਟੀ ਲਾਈਫ। ਸੋ ਮੈਨੂੰ ਬਹੁਤ ਸਾਰੇ ਕਮੈਂਟਸ ਆ ਰਹੇ ਸੀ ਕਿ ਦੀ ਤੁਸੀਂ ਆਪਦਾ ਯੂਨੀਵਰਸਿਟੀ ਦਾ ਸਕੇਡਿਊਲ ਸ਼ੇਅਰ ਕਰੋ, ਤੁਸੀਂ ਕਿਸ ਯੂਨੀਵਰਸਿਟੀ ਦੇ ਵਿੱਚ ਸਟੱਡੀ ਕਰ ਰਹੇ ਹੋ, ਕਿਹੜਾ ਕੋਰਸ ਕਰ ਰਹੇ ਹੋ, ਕਿੰਨੀ ਤੁਹਾਡੀ ਫੀਸ ਆ, ਕਿਵੇਂ ਤੁਸੀਂ ਆਪਦੀ ਫੀਸ ਮੈਨੇਜ ਕੀਤੀ। ਸੋ ਇਦਾਂ ਦੇ ਬਹੁਤ ਸਾਰੇ ਕਮੈਂਟਸ ਮੈਨੂੰ ਡੇਲੀ ਬੇਸਿਸ ਤੇ ਆਉਂਦੇ ਹੀ ਆ, ਤਾਂ ਮੈਂ ਸੋਚਿਆ ਵਾਈ ਨਾਟ ਕਿ ਇਹਨਾਂ ਸਾਰੇ ਕਮੈਂਟਸ ਨੂੰ ਮਿਕਸ ਅਪ ਕਰਕੇ ਮੈਂ ਇੱਕ ਵੀਡੀਓ ਬਣਾਵਾਂ ਜਿਹਦੇ ਵਿੱਚ ਮੈਂ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰਾਂ। ਸੋ ਵਿਦਆਊਟ ਵੇਸਟਿੰਗ ਐਨੀ ਟਾਈਮ ਲੈਟਸ ਬਿਗਿਨ ਟੂਡੇਜ਼ ਵੀਡੀਓ। ਸੋ ਐਜ਼ ਯੂ ਆਲ ਨੋ ਦੈਟ ਕਿ ਮੈਂ ਇੱਥੇ ਐਡੀਲੇਡ ਆਸਟ੍ਰੇਲੀਆ ਦੇ ਵਿੱਚ ਰਹਿ ਰਹੀ ਹੈਗੀ ਆ। ਮੈਂ ਇੱਥੇ ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ ਤੋਂ ਆਪਦੀ ਮਾਸਟਰਸ ਡਿਗਰੀ ਕਰ ਰਹੀ ਹਾਂ ਜੋ ਕਿ 2 ਇਅਰਸ ਦੀ ਹੈਗੀ ਆ, ਜੋ ਕਿ ਹੈ ਮਾਸਟਰਸ ਆਫ ਐਜੂਕੇਸ਼ਨ TESOL। ਸੋ TESOL ਦਾ ਮਤਲਬ ਹੈਗਾ ਕਿ ਜਿਨ੍ਹਾਂ ਦੀ ਇੰਗਲਿਸ਼ ਸੈਕੰਡ ਲੈਂਗੁਏਜ ਹੈਗੀ ਆ ਜਾਂ ਥਰਡ ਲੈਂਗੁਏਜ ਹੈਗੀ ਆ, ਉਹਨਾਂ ਸਟੂਡੈਂਟਸ ਨਾਲ ਆਪਾਂ ਕਿੱਦਾਂ ਡੀਲ ਕਰਨਾ ਹੈਗਾ, ਉਹਨਾਂ ਨੂੰ ਕਿਹੜੀਆਂ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਹੈਗੀਆਂ, ਉਹਨਾਂ ਲਈ ਆਪਾਂ ਸਪੈਸ਼ਲ ਕਰੀਕੁਲਮ ਕਿੱਦਾਂ ਦਾ ਪ੍ਰਿਪੇਅਰ ਕਰ ਸਕਦੇ ਹਾਂ, ਲੈਸਨ ਪਲਾਨਸ ਕਿੱਦਾਂ ਦਾ ਪ੍ਰਿਪੇਅਰ ਕਰ ਸਕਦੇ ਹਾਂ। ਸੋ ਇੱਥੇ ਇਹ ਚੀਜ਼ ਬਹੁਤ ਵਧੀਆ ਹੈਗੀ ਆ ਕਿ ਜਿਹੜੇ ਸਪੈਸ਼ਲ ਰਿਕੁਆਇਰਮੈਂਟਸ ਵਾਲੇ ਸਟੂਡੈਂਟਸ ਹੁੰਦੇ ਆ ਉਹਨਾਂ ਲਈ ਸਪੈਸ਼ਲ ਟੀਚਿੰਗ ਟ੍ਰੇਨਿੰਗ ਦਿੱਤੀ ਜਾਂਦੀ ਹੈਗੀ ਆ ਟੀਚਰਸ ਨੂੰ, ਤਾਂ ਕਿ ਉਹ ਉਹਨਾਂ ਬੱਚਿਆਂ ਨਾਲ ਪੋਜ਼ਿਟਿਵਲੀ ਡੀਲ ਕਰ ਸਕਣ, ਜੋ ਕਿ ਬਹੁਤ ਵਧੀਆ ਗੱਲ ਹੈ। ਐਂਡ ਕੋਰਸ ਵੀ ਬਹੁਤ ਜ਼ਿਆਦਾ ਇੰਟਰਸਟਿੰਗ ਹੈਗਾ ਕਿਉਂਕਿ ਆਪਣੀ ਵੀ ਫਰਸਟ ਲੈਂਗੁਏਜ ਇੰਗਲਿਸ਼ ਨਹੀਂ ਹੈਗੀ, ਤਾਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲ ਰਿਹਾ ਹੈਗਾ। ਸੋ ਮੈਂ ਇੰਡੀਆ ਦੇ ਵਿੱਚ ਬੈਚਲਰਸ ਆਫ ਐਜੂਕੇਸ਼ਨ ਕੀਤੀ ਸੀ, ਉਹਦੇ ਬੇਸਿਸ ਤੇ ਮੈਨੂੰ ਇਹ ਮਾਸਟਰਸ ਆਫ ਐਜੂਕੇਸ਼ਨ TESOL ਜਿਹੜਾ ਕੋਰਸ ਮਿਲਿਆ ਹੈਗਾ। ਮੈਂ ਇੱਕ ਹੀ ਯੂਨੀਵਰਸਿਟੀ ਦੇ ਵਿੱਚ ਅਪਲਾਈ ਕੀਤਾ ਸੀਗਾ ਆਫਰ ਲੈਟਰ UniSA ਵਿੱਚ, ਐਂਡ ਉੱਥੋਂ ਹੀ ਮੈਨੂੰ ਆਫਰ ਲੈਟਰ ਵਿਦਿਨ 1 ਵੀਕ ਦੇ ਵਿੱਚ ਆ ਗਿਆ ਸੀਗਾ ਐਂਡ ਵੀਜ਼ਾ ਵੀ ਵਿਦਿਨ 10 ਡੇਜ਼ ਦੇ ਵਿੱਚ ਮੇਰਾ ਆ ਗਿਆ ਸੀਗਾ। ਇਸ ਕੋਰਸ ਦੇ ਲਈ ਐਟਲੀਸਟ ਐਂਡ ਓਵਰਆਲ ਆਪਾਂ ਨੂੰ 6.5 ਬੈਂਡ ਸਕੋਰਸ ਚਾਹੀਦੇ ਹੈਗੇ ਆ, ਫਿਰ ਹੀ ਇਸ ਯੂਨੀਵਰਸਿਟੀ ਦਾ ਆਪਾਂ ਨੂੰ ਇਸ ਕੋਰਸ ਦਾ ਆਫਰ ਲੈਟਰ ਜਿਹੜਾ ਹੈਗਾ ਉਹ ਮਿਲਦਾ ਹੈਗਾ। ਸੋ ਵੈਸੇ ਤਾਂ ਮੇਰਾ ਵੀਜ਼ਾ 2020 ਦੇ ਵਿੱਚ ਆ ਗਿਆ ਸੀ, ਬਾਕੀ ਤੁਹਾਨੂੰ ਪਤਾ ਹੀ ਹੈ ਕਿ ਕਰੋਨਾ ਵਾਇਰਸ ਕਰਕੇ ਆਸਟ੍ਰੇਲੀਆ ਨੇ ਆਪਦੇ ਬਾਰਡਰਸ ਕਲੋਜ਼ ਕਰ ਰੱਖੇ ਸੀ। ਇਸ ਤੋਂ ਬਾਅਦ ਅਸੀਂ 2 ਡੈਫਰਮੈਂਟਸ ਲਈਆਂ ਕਿਉਂਕਿ ਹਰ ਇੱਕ ਪਰਸਨ ਦਾ ਸਟੱਡੀ ਹੀ ਇੱਕ ਮੋਟਿਵ ਨਹੀਂ ਹੁੰਦਾ, ਆਪਾਂ ਨੂੰ ਇਹ ਵੀ ਹੁੰਦਾ ਕਿ ਆਪਾਂ ਸਟੱਡੀ ਵੀ ਕਰੀਏ, ਇਸ ਤੋਂ ਬਾਅਦ ਉੱਥੇ ਸੈਟਲ ਵੀ ਹੋਈਏ। ਤਾਂ ਸੇਮ ਹੀ ਚੀਜ਼ ਮੇਰੇ ਕੇਸ ਦੇ ਵਿੱਚ ਸੀ। ਮੈਨੂੰ ਇਹ ਨਹੀਂ ਸੀਗਾ ਕਿ ਮੇਰੀ ਸਾਰੀ ਸਟੱਡੀ ਇੰਡੀਆ ਹੀ ਕੰਪਲੀਟ ਹੋ ਜੇ ਅਗਰ ਮੈਂ ਇੱਕ ਸਬਜੈਕਟ ਲੈਂਦੀ ਰਹੀ, ਜਾਂ ਫਿਰ ਆਸਟ੍ਰੇਲੀਆ ਨੇ ਕੀ ਪਤਾ ਕਦੋਂ ਤੱਕ ਬਾਰਡਰਸ ਜਿਹੜੇ ਹੈਗੇ ਆ ਕਲੋਜ਼ ਰੱਖਣੇ ਹੈਗੇ ਆ। ਤਾਂ ਜਿੰਨਾ ਮੇਰੇ ਤੋਂ ਹੋ ਸਕਿਆ ਸੋ ਮੈਂ 2 ਵਾਰੀ ਡੈਫਰਮੈਂਟਸ ਲਿੱਤੀਆਂ ਐਂਡ ਦੂਸਰੀ ਡੈਫਰਮੈਂਟ ਤੋਂ ਬਾਅਦ ਆਸਟ੍ਰੇਲੀਆ ਨੇ ਆਪਦੇ ਬਾਰਡਰਸ ਓਪਨ ਕਰਤੇ ਸੀਗੇ ਤੇ ਮੈਂ ਇੱਥੇ ਦਸੰਬਰ 2021 ਦੇ ਵਿੱਚ ਆ ਗਈ ਸੀਗੀ ਐਂਡ ਫੈਬਰੂਰੀ 2022 ਦੇ ਵਿੱਚ ਮੇਰਾ ਇਹ ਕੋਰਸ ਸਟਾਰਟ ਹੋਇਆ ਸੀਗਾ ਐਂਡ ਹੁਣ ਫਾਈਨਲੀ ਦਸੰਬਰ 2023 ਦੇ ਵਿੱਚ ਮੇਰਾ ਇਹ ਕੋਰਸ ਜਿਹੜਾ ਹੈਗਾ, ਇਹ ਡਿਗਰੀ ਜਿਹੜੀ ਹੈਗੀ ਆ ਉਹ ਕੰਪਲੀਟ ਹੋਣ ਵਾਲੀ ਹੈ। ਤੇ ਮੈਂ ਬਹੁਤ ਹੀ ਜ਼ਿਆਦਾ ਐਕਸਾਈਟਡ ਹਾਂ ਇਸ ਚੀਜ਼ ਨੂੰ ਲੈ ਕੇ ਕਿ ਫਾਈਨਲੀ ਹੁਣ 2 ਸਾਲਾਂ ਦੀ ਮਿਹਨਤ ਤੋਂ ਬਾਅਦ, ਉਹ ਵੀ ਨਹੀਂ ਮੈਂ ਕਹਿ ਸਕਦੀ ਪੂਰੇ 4 ਸਾਲਾਂ ਦੀ ਮਿਹਨਤ ਤੋਂ ਬਾਅਦ ਫਾਈਨਲੀ ਮੈਨੂੰ ਵੀ ਜਿਹੜੀ ਡਿਗਰੀ ਹੈਗੀ ਆ ਫੋਰਨ ਕੰਟਰੀ ਤੋਂ ਕੀਤੀ ਹੋਈ ਫਾਈਨਲੀ ਮੈਨੂੰ ਮਿਲ ਜਾਣੀ ਹੈਗੀ ਆ, ਕਿਉਂਕਿ 4 ਸਾਲ ਬਹੁਤ ਜ਼ਿਆਦਾ ਹੁੰਦੇ ਹੈਗੇ ਆ। 4 ਸਾਲਾਂ ਦੇ ਵਿੱਚ ਤਾਂ ਬਹੁਤ ਕੁਝ ਹੋ ਜਾਂਦਾ। ਅਗਰ ਕਰੋਨਾ ਵਾਇਰਸ ਨਾ ਹੁੰਦਾ ਤਾਂ ਹੁਣ ਨੂੰ ਮੇਬੀ ਸਿਚੁਏਸ਼ਨ ਬਹੁਤ ਡਿਫਰੈਂਟ ਹੋਣੀ ਸੀਗੀ। ਐਨੀਵੇਜ਼ ਜੋ ਕੁਝ ਵੀ ਹੁੰਦਾ ਮੇਬੀ ਚੰਗੇ ਲਈ ਹੀ ਹੁੰਦਾ ਹੈਗਾ। ਸੋ ਅਗਰ ਮੈਂ ਫੀਸ ਪੈਟਰਨ ਦੀ ਗੱਲ ਕਰਾਂ ਤਾਂ ਮੇਰੀ ਇੱਕ ਸਮੈਸਟਰ ਦੀ ਜਿਹੜੀ ਫੀਸ ਹੈਗੀ ਆ ਉਹ $16,000 ਹੈਗੀ ਆ, ਆਲਮੋਸਟ ਐਵਰੇਜ ਜਾਂ ਫਿਰ ਮੈਂ ਕਹਾਂ ਅਰਾਊਂਡ ਇੰਨੀ ਫੀਸ ਤਾਂ ਹੈਗੀ ਆ। ਪਹਿਲੇ ਸਮੈਸਟਰ ਦੀ ਫੀਸ ਮੈਂ ਇੰਡੀਆ ਤੋਂ ਹੀ ਪੇ ਕਰਕੇ ਆਈ ਸੀ। ਸੋ ਇੱਥੋਂ ਦਾ ਫੀਸ ਪੈਟਰਨ ਇਹ ਹੈ ਕਿ ਆਪਾਂ ਇੱਥੇ ਸਮੈਸਟਰ ਵਾਈਜ਼ ਸਮੈਸਟਰ ਪੇ ਕਰਨੀ ਹੁੰਦੀ ਆ ਫੀਸ। ਇਹ ਨਹੀਂ ਹੈਗਾ ਕਿ ਤੁਸੀਂ ਇੰਡੀਆ ਤੋਂ ਪੂਰੇ ਸਾਲ ਦੀ ਫੀਸ ਜਿਹੜੀ ਆ ਭਰ ਕੇ ਆਓਗੇ, ਨਹੀਂ, ਇੱਥੇ ਆ ਕੇ ਤੁਹਾਨੂੰ ਸਮੈਸਟਰ ਬਾਈ ਸਮੈਸਟਰ ਫੀਸ ਪੇ ਕਰਨੀ ਪਊਗੀ। ਐਂਡ ਯੂਨੀਵਰਸਿਟੀਜ਼ ਸਮਟਾਈਮਸ ਕੀ ਕਰਦੀਆਂ ਨੇ ਕਿ ਉਹ ਆਪਣੇ ਇੰਸਟਾਲਮੈਂਟਸ ਵੀ ਬਣਾ ਦਿੰਦੀਆਂ, ਜਿਵੇਂ ਮੇਰੀ ਸੈਕਿੰਡ ਸਮੈਸਟਰ ਦੇ ਵਿੱਚ ਇੰਸਟਾਲਮੈਂਟ ਸੀਗੀ ਕਿ ਮੈਂ ਹਾਫ ਇੰਨੀ ਡੇਟ ਨੂੰ ਭਰਨੀ ਸੀ, ਫਿਰ ਇਸ ਤੋਂ ਬਾਅਦ ਉਹ 1 ਮੰਥ ਦਾ ਗੈਪ ਪਾ ਦਿੰਦੇ ਹੈਗੇ ਆ ਐਂਡ ਹਾਫ ਫੀਸ ਤੁਸੀਂ ਉਦੋਂ ਪੇ ਕਰਨੀ ਹੁੰਦੀ ਹੈ, ਜੋ ਕਿ ਸਟੂਡੈਂਟਸ ਲਈ ਥੋੜੀ ਹੈਲਪਫੁਲ ਵੀ ਹੋ ਜਾਂਦੀ ਹੈ ਕਿਉਂਕਿ ਇੱਕੋ ਦਮ $16,000 ਫੀਸ ਪੇ ਕਰਨੀ ਔਖੀ ਹੋ ਜਾਂਦੀ ਆ। ਐਂਡ ਮੈਂ ਐਵਰੇਜ ਆਲਮੋਸਟ ਅਰਾਊਂਡ ਵਰਡ ਇਸ ਕਰਕੇ ਯੂਜ਼ ਕਰ ਰਹੀ ਹਾਂ ਕਿਉਂਕਿ ਆਲਮੋਸਟ ਇੱਥੇ ਆਸਟ੍ਰੇਲੀਆ ਦੀਆਂ ਜਿੰਨੀਆਂ ਵੀ ਯੂਨੀਵਰਸਿਟੀਜ਼ ਹੈਗੀਆਂ ਨਾ ਉਹਨਾਂ ਦੀ ਫੀਸ ਇੰਨੀ ਲਗਭਗ ਵੇਰੀ ਕਰਦੀ ਹੈ ਅਗਰ ਤੁਸੀਂ ਯੂਨੀਵਰਸਿਟੀਜ਼ ਤੋਂ ਡਿਗਰੀ ਕਰ ਰਹੇ ਹੋ। ਬਟ ਅਗਰ ਤੁਸੀਂ ਕੋਈ ਡਿਪਲੋਮਾ ਕਰ ਰਹੇ ਹੋ ਕਿਸੇ ਕਾਲਜ ਤੋਂ, ਤਾਂ ਡਿਪਲੋਮਾ ਹੁਣ ਤੁਹਾਨੂੰ ਪਤਾ ਹੀ ਹੈ ਕਿ ਡਿਗਰੀਜ਼ ਨਾਲੋਂ ਛੋਟਾ ਹੀ ਆ, ਤਾਂ ਉਹਦੀ ਫੀਸ ਯੂਨੀਵਰਸਿਟੀ ਦੀ ਫੀਸ ਨਾਲੋਂ ਅੱਧੀ ਹੁੰਦੀ ਆ ਜਾਂ ਫਿਰ ਅੱਧੀ ਤੋਂ ਵੀ ਅੱਧੀ ਹੁੰਦੀ ਆ। ਐਂਡ ਉਹਦਾ ਪੈਟਰਨ ਥੋੜਾ ਡਿਫਰੈਂਟ ਹੁੰਦਾ, ਕਾਲਜ ਤੇ ਡਿਪੈਂਡ ਕਰਦਾ। ਕਈ ਵਾਰੀ ਤਾਂ ਤੁਹਾਨੂੰ ਮੰਥ ਬਾਏ ਮੰਥ ਜਿਵੇਂ $500 ਜਾਂ $1,000 ਇੱਦਾਂ ਤੁਸੀਂ ਪੇ ਕਰਨੇ ਹੁੰਦੇ ਆ, ਜਾਂ ਫਿਰ ਤੁਸੀਂ 6 ਮਹੀਨਿਆਂ ਬਾਅਦ। ਇੱਕ ਰੀਜ਼ਨ ਤਾਂ ਮੇਰਾ ਇਹ ਸੀਗਾ ਅਰਾਊਂਡ
ਅਰਾਊਂਡ ਐਵਰੇਜ ਵਰਡ ਯੂਜ਼ ਕਰਨ ਦਾ। ਸੈਕੰਡ ਰੀਜ਼ਨ ਇਹ ਹੈ ਕਿ ਤੁਸੀਂ ਆਪਦੇ ਸਟੱਡੀ ਦੇ ਬੇਸਿਸ ਤੇ ਵੀ ਆਪਦੀ ਫੀਸ ਜਿਹੜੀ ਹੈਗੀ ਆ ਉਹ ਘਟਾ ਸਕਦੇ ਹੈਗੇ ਹੋ। ਜਦੋਂ ਮੈਂ ਇੰਡੀਆ ਦੇ ਵਿੱਚ ਇਸ ਕੋਰਸ ਲਈ ਜਾਂ ਯੂਨੀਵਰਸਿਟੀ ਲਈ ਅਪਲਾਈ ਕੀਤਾ ਸੀਗਾ, ਸੋ ਪਹਿਲਾਂ ਮੇਰੀ ਬੈਚਲਰਸ ਆਫ ਐਜੂਕੇਸ਼ਨ ਕੀਤੀ ਹੋਈ ਸੀ, ਜਿਹਦੇ ਬੇਸਿਸ ਤੇ ਮੈਨੂੰ ਇਹ ਮਾਸਟਰਸ ਡਿਗਰੀ ਮਿਲੀ। ਬੈਚਲਰਸ ਆਫ ਐਜੂਕੇਸ਼ਨ ਦੇ ਵਿੱਚ ਮੇਰੀ 80% ਤੋਂ ਵੱਧ ਪਰਸੈਂਟੇਜ ਸੀਗੀ, ਜਿਹਦੀ ਵਜ੍ਹਾ ਕਰਕੇ ਯੂਨੀਵਰਸਿਟੀ ਨੇ ਮੈਨੂੰ ਇੰਟਰਨੈਸ਼ਨਲ ਮੈਰਿਟ ਸਕਾਲਰਸ਼ਿਪ ਦਿੱਤੀ ਸੀਗੀ। ਐਂਡ ਉਹ ਸਕਾਲਰਸ਼ਿਪ ਉਹਨਾਂ ਨੇ ਆਟੋਮੈਟਿਕਲੀ ਜੋ ਫੀਸ ਦੀ ਇਨਵੋਇਸ ਕ੍ਰੀਏਟ ਹੋਈ ਸੀਗੀ ਉਹਦੇ ਵਿੱਚ ਉਹਨਾਂ ਨੇ ਆਪਣੇ ਆਪ ਅਪਲਾਈ ਕਰਤੀ ਸੀ ਤੇ ਉਹਦੇ ਵਿੱਚੋਂ ਕੁਝ ਫੀਸ ਜਿਹੜੀ ਆ ਉਹ ਡਿਡਕਟ ਕਰਤੀ ਸੀ। ਤਾਂ ਸੇਮ ਹੀ ਚੀਜ਼ ਤੁਸੀਂ ਇੱਥੇ ਆਸਟ੍ਰੇਲੀਆ ਆ ਕੇ ਵੀ ਕਰ ਸਕਦੇ ਹੋ। ਅਗਰ ਤੁਸੀਂ ਆਪਦੀ GPA ਮੇਨਟੇਨ ਕਰਕੇ ਰੱਖਦੇ ਹੋ, ਉਹਨਾਂ ਦੇ ਕ੍ਰਾਈਟੇਰੀਆ ਨੂੰ ਮੀਟ ਕਰਦੇ ਹੈਗੇ ਹੋ, ਤਾਂ ਤੁਸੀਂ ਆਪਦੀ ਫੀਸ ਬਹੁਤ ਘਟਾ ਸਕਦੇ ਹੈਗੇ ਹੋ। ਜਿਵੇਂ ਕਿ UniSA ਦਾ ਇਹ ਹੈਗਾ ਕਿ ਅਗਰ ਤੁਹਾਡੀ GPA 4.50 ਹੈਗੀ ਆ ਜਾਂ ਫਿਰ ਇਸ ਤੋਂ ਜ਼ਿਆਦਾ ਕਿੰਨੀ ਵੀ ਆ 5, 6, 7, ਜਿੰਨੀ ਜ਼ਿਆਦਾ ਹੋਊਗੀ ਓਨੀ ਜ਼ਿਆਦਾ ਸਕਾਲਰਸ਼ਿਪ ਮਿਲੂਗੀ, ਓਨੀ ਜ਼ਿਆਦਾ ਫੀਸ ਤੁਹਾਡੀ ਡਿਡਕਟ ਹੋਊਗੀ। ਬਟ ਇਹ ਸਭ ਹੁਣ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ ਆਪਦੀ ਡਿਗਰੀ ਕਿਵੇਂ ਕਰੋਗੇ, ਕਿੰਨੀ ਵਧੀਆ ਪਰਸੈਂਟੇਜ ਲੈਣੇ ਹੋ ਐਂਡ ਤੁਸੀਂ ਆਪਦਾ GPA ਕਿੰਨਾ ਮੇਨਟੇਨ ਕਰਦੇ ਹੋ। ਸੋ ਮੇਰੀ ਇਹ ਜਿਹੜਾ GPA ਸੀਗਾ ਉਹ ਹਰੇਕ ਸਮੈਸਟਰ ਦੇ ਵਿੱਚ ਇਸ ਕਰਕੇ ਵੇਰੀ ਕਰਦਾ ਸੀ। ਬਟ ਮੇਰੀ ਜਿਹੜੀ ਫੀਸ $16,000 ਸੀਗੀ, ਮੀਨਸ 15,949 ਕੁਛ ਇੰਨੀ ਫੀਸ ਸੀਗੀ। ਸੋ ਅਰਾਊਂਡ 16,000, ਸੋ ਜੋ ਕਿ ਮੇਰੀ ਹਰ ਇੱਕ ਸਮੈਸਟਰ ਦੇ ਵਿੱਚ ਵੇਰੀ ਕਰਦੀ ਸੀ। ਐਂਡ ਇੱਕ ਇੱਥੇ ਮੈਂ ਤੁਹਾਨੂੰ ਸੁਜੈਸ਼ਨ ਦੇਣਾ ਚਾਹੂੰਗੀ, ਅਗਰ ਤੁਸੀਂ ਆਪਦੇ ਵੀਜ਼ੇ ਲਈ ਅਪਲਾਈ ਕਰ ਰਹੇ ਹੈਗੇ ਹੋ ਦੈਨ ਮੇਕ ਸ਼ੋਰ ਕਿ ਤੁਸੀਂ ਯੂਨੀਵਰਸਿਟੀ ਲਈ ਹੀ ਅਪਲਾਈ ਕਰੋ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਯੂਨੀਵਰਸਿਟੀ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਹੈ। ਐਮਬੈਸੀ ਵੀ ਯੂਨੀਵਰਸਿਟੀ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੰਦੀ ਆ। ਕਾਲਜ ਦੇ ਵਿੱਚ ਤੁਹਾਡੀ ਪ੍ਰੈਫਰੈਂਸ ਨਹੀਂ ਹੋਣੀ ਚਾਹੀਦੀ। ਬਾਕੀ ਕੰਟਰੀਜ਼ ਦੇ ਵਿੱਚ ਡਿਫਰੈਂਟ ਪੈਟਰਨ ਹੈ, ਜਿਵੇਂ ਕਿ ਕੈਨੇਡਾ ਦੇ ਵਿੱਚ ਉੱਥੇ ਕਾਲਜਿਸ 'ਚ ਆਪਾਂ ਐਡਮਿਸ਼ਨ ਲੈਂਦੇ ਆ। ਬਟ ਇਫ ਯੂ ਆਰ ਅਪਲਾਈਂਗ ਇਨ ਆਸਟ੍ਰੇਲੀਆ ਦੈਨ ਵੈਰੀ ਇੰਪੋਰਟੈਂਟ ਕਿ ਤੁਸੀਂ ਯੂਨੀਵਰਸਿਟੀ ਦੇ ਵਿੱਚ ਹੀ ਅਪਲਾਈ ਕਰੋ, ਕਿਉਂਕਿ ਯੂਨੀਵਰਸਿਟੀ ਦੇ ਵਿੱਚ ਅਗਰ ਤੁਹਾਡਾ ਆਫਰ ਲੈਟਰ ਆ ਜਾਂਦਾ ਤਾਂ 90 to 100% ਚਾਂਸਸ ਹੁੰਦਾ ਕਿ ਤੁਹਾਡਾ ਵੀਜ਼ਾ ਆਏਗਾ ਹੀ ਆਏਗਾ। ਐਮਬੈਸੀ ਰਿਜੈਕਟ ਨਹੀਂ ਕਰਦੀ, ਕਿਉਂਕਿ ਯੂਨੀਵਰਸਿਟੀ ਸਭ ਤੋਂ ਪਹਿਲਾਂ ਸਭ ਕੁਝ ਚੈੱਕ ਕਰਦੀ ਆ ਐਂਡ ਅਪਰੂਵ ਕਰਦੀ ਆ। ਇਸ ਕਰਕੇ ਯੂਨੀਵਰਸਿਟੀ ਹੀ ਤੁਹਾਡੀ ਪਹਿਲੀ ਪ੍ਰੈਫਰੈਂਸ ਹੋਣੀ ਚਾਹੀਦੀ ਆ। ਸੋ ਇਹ ਸੀਗਾ ਸਾਰਾ ਮੇਰਾ ਕੋਰਸ ਨੂੰ ਲੈ ਕੇ ਐਂਡ ਫੀਸ ਨੂੰ ਲੈ ਕੇ। ਇਸ ਤੋਂ ਇਲਾਵਾ ਮੈਂ ਇੱਥੇ ਫੀਸ ਕਿਵੇਂ ਮੈਨੇਜ ਕੀਤੀ, ਇੰਨੀ ਫੀਸ ਮੈਂ ਕਿਵੇਂ ਭਰੀ ਹੈਗੀ ਆ। ਜੇ ਮੈਂ ਇਸ ਚੀਜ਼ ਦੀ ਗੱਲ ਕਰਾਂ, ਜਦੋਂ ਮੈਂ ਇੱਥੇ ਈਅਰ 2021 ਦੇ ਬਿਲਕੁਲ ਲਾਸਟ ਵਾਲੇ ਮੰਥ ਦੇ ਵਿੱਚ ਜਦੋਂ ਅਸੀਂ ਆਏ ਸੀ, ਜਾਂ ਫਿਰ ਆਲਮੋਸਟ ਤੁਸੀਂ ਇਹ ਕਹਿ ਲਓ ਕਿ 2022 ਦੇ ਵਿੱਚ ਜਦੋਂ ਮੈਂ ਇੱਥੇ ਆਈ ਸੀ, ਤਾਂ ਕਰੋਨਾ ਦੀ ਵਜ੍ਹਾ ਕਰਕੇ ਇਹਨਾਂ ਨੇ ਜਿਹੜੇ ਵਰਕਿੰਗ ਆਵਰਸ ਸੀਗੇ ਸਟੂਡੈਂਟਸ ਦੇ ਉਹ ਅਨਲਿਮਿਟਿਡ ਹੀ ਕੀਤੇ ਹੋਏ ਸੀ ਕਿ ਇੱਕ ਸਟੂਡੈਂਟ ਕਿੰਨਾ ਵੀ ਕੰਮ ਕਰ ਸਕਦਾ ਹੈਗਾ। ਤਾਂ ਇਸ ਕਰਕੇ ਸਾਨੂੰ ਥੋੜ੍ਹਾ ਜਿਹਾ ਫਾਇਦਾ ਹੋ ਗਿਆ ਸੀਗਾ ਕਿ ਮੈਂ ਅਨਲਿਮਿਟਿਡ ਉਸ ਟਾਈਮ ਕੰਮ ਕੀਤਾ। ਪਹਿਲਾਂ ਇੱਕ ਜੌਬ ਕੀਤੀ, ਫਿਰ ਉਹਨੂੰ ਮੈਨੇਜ ਕਰਨ ਦੇ ਲਈ 2 ਜੌਬਾਂ ਕੀਤੀਆਂ, ਫਿਰ ਇਸ ਤੋਂ ਬਾਅਦ 3 ਜੌਬਾਂ ਕੀਤੀਆਂ। ਇੱਕ ਟਾਈਮ ਦੇ ਉੱਪਰ ਮੈਂ 3 ਜੌਬਸ ਕਰਕੇ ਜਿਹੜੀ ਹੈਗੀ ਆ ਯੂਨੀਵਰਸਿਟੀ ਦੀ ਫੀਸ ਭਰੀ ਹੈਗੀ ਆ। ਐਂਡ ਉਹ ਟਾਈਮ ਬਹੁਤ ਔਖਾ ਵੀ ਸੀਗਾ ਬਟ ਬਹੁਤ ਇੰਜੋਏਬਲ ਵੀ ਸੀਗਾ, ਕਿਉਂਕਿ ਉਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਐਂਡ ਕਿਵੇਂ ਸਮਝਦੇ ਹੋ। ਜਦੋਂ ਆਪਾਂ ਨੂੰ ਹੁੰਦਾ ਨਾ ਕਿ ਆਪਾਂ ਇੱਕ ਵਧੀਆ ਯੂਨੀਵਰਸਿਟੀ ਦੇ ਵਿੱਚ ਪੜ੍ਹਨਾ, ਇੱਕ ਲਿਸਟਡ ਯੂਨੀਵਰਸਿਟੀ ਦੇ ਵਿੱਚ ਪੜ੍ਹਨਾ ਹੈਗਾ, ਵਧੀਆ ਸਟੱਡੀ ਕਰਨੀ ਆ, ਤਾਂ ਇਹ ਸਭ ਕੁਝ ਆਰਾਮ ਨਾਲ ਹੋ ਜਾਂਦਾ ਹੈ। ਬਟ ਅਗਰ ਤੁਸੀਂ ਇਹਨੂੰ ਇੱਕ ਐਜ਼ ਅ ਬਰਡਨ ਸਮਝ ਕੇ ਕਰੋਗੇ ਤਾਂ ਤੁਹਾਡੇ ਲਈ ਮੇਬੀ ਇਹ ਬਹੁਤ ਜ਼ਿਆਦਾ ਡਿਫਿਕਲਟ ਰਵੇ। ਬਟ ਉਸ ਟਾਈਮ ਦੇ ਉੱਪਰ ਉਹ 3 ਜੌਬਸ ਕਰਕੇ ਮੈਂ ਯੂਨੀਵਰਸਿਟੀ ਦੀ ਫੀਸ ਕੱਢੀ ਐਂਡ ਆਰਾਮ ਨਾਲ ਨਿਕਲ ਜਾਂਦੀ ਸੀ $16,000 ਫੀਸ। ਪਲੱਸ ਜਿਹੜਾ ਘਰ ਦੇ ਜਿਹੜੇ ਬੇਸਿਕ ਨੀਡਸ ਆਪਾਂ ਪੂਰੀਆਂ ਕਰਨੀਆਂ ਸੀਗੀਆਂ ਉਹ ਵੀ ਮਤਲਬ ਮੇਰੀਆਂ ਆਰਾਮ ਨਾਲ ਫੁੱਲਫਿਲ ਹੋਈਆਂ ਨੇ। ਇੱਦਾਂ ਨਹੀਂ ਹੈਗਾ ਕਿ ਕੁਝ ਜ਼ਿਆਦਾ ਵੱਡੇ ਖਰਚੇ, ਬਟ ਨੋਰਮਲ ਜੋ ਆਪਾਂ ਘਰੇ ਕਰਦੇ ਹਾਂ, ਜੋ ਆਪਣੇ ਗਰੋਸਰੀ ਹੋ ਗਈ ਜਾਂ ਰੈਂਟ ਹੋ ਗਿਆ, ਉਹ ਵੀ ਆਰਾਮ ਨਾਲ ਪੇ ਹੋ ਗਿਆ ਸੀ। ਮੇਰਾ ਹੀ ਇਕੱਲੇ ਦਾ ਨਹੀਂ, ਮੇਰੇ ਨਾਲ ਬਹੁਤ ਸਾਰੇ ਸਟੂਡੈਂਟਸ ਹੈਗੇ ਆ ਜੋ ਮੇਰੇ ਨਾਲ ਹੀ ਸੇਮ ਉਸੇ ਕੋਰਸ ਦੇ ਵਿੱਚ ਪੜ੍ਹ ਰਹੇ ਨੇ ਜਾਂ ਹੋਰ ਕੋਰਸਿਸ ਦੇ ਵਿੱਚ ਪੜ੍ਹ ਰਹੇ ਨੇ, ਐਂਡ ਉਹਨਾਂ ਲਈ ਵੀ ਸੇਮ ਹੀ ਚੀਜ਼ ਰਹੀ ਸੀ ਕਿ ਉਹਨਾਂ ਨੂੰ ਫੀਸ ਆਰਾਮ ਨਾਲ ਮੈਨੇਜ ਹੋ ਜਾਂਦੀ ਸੀਗੀ। ਇੱਦਾਂ ਨਹੀਂ ਸੀਗਾ ਕਿ ਉਹਨਾਂ ਨੂੰ ਕੋਈ ਜ਼ਿਆਦਾ ਸਟ੍ਰੈਸ ਲੈਣਾ ਪੈਂਦਾ ਸੀ। ਹਾਂ, ਜੌਬਸ ਥੋੜ੍ਹੀਆਂ ਜ਼ਿਆਦਾ ਕਰਨੀਆਂ ਪੈਂਦੀਆਂ ਸੀ, ਕਿਉਂਕਿ ਇੱਕ ਜੌਬ ਤੇ ਕਈ ਵਾਰੀ ਜ਼ਿਆਦਾ ਲੰਮੇ ਘੰਟੇ ਨਹੀਂ ਮਿਲਦੇ ਸੀ ਕੰਮ ਕਰਨ ਨੂੰ, ਤਾਂ ਕਰਕੇ 2 ਤੋਂ 3 ਜੌਬਸ ਜਿਹੜੀਆਂ ਕਰਨੀਆਂ ਪਈਆਂ ਐਂਡ ਡਿਫਰੈਂਟ ਪੇ ਰੇਟਸ ਤੇ, ਕਿਉਂਕਿ ਫਰਸਟ ਜੌਬ ਜਿਹੜੀ ਮੈਂ ਕੀਤੀ ਸੀਗੀ ਉਹ ਤੇ ਬਹੁਤ ਘੱਟ ਪੇ ਰੇਟ ਸੀਗਾ, $16, ਠੀਕ ਹੈ। ਇਸ ਤੋਂ ਬਾਅਦ ਥੋੜਾ ਹਾਇਰ ਤੇ ਗਏ, ਫਿਰ ਥੋੜਾ ਹਾਇਰ ਤੇ ਗਏ। ਸੋ ਇਸ ਤਰੀਕੇ ਨਾਲ ਜਿਹੜੀ ਫੀਸ ਆ ਉਹ ਮੈਨੇਜ ਕੀਤੀ। ਕਈ ਵਾਰੀ ਕੀ ਹੁੰਦਾ ਕਿ ਕਈ ਜੌਬਸ ਤੇ ਤਾਂ ਪੇ ਬਹੁਤ ਜ਼ਿਆਦਾ ਹਾਈ ਹੁੰਦੀ ਆ, ਠੀਕ ਹੈ, ਬਹੁਤ ਜ਼ਿਆਦਾ, ਮਤਲਬ ਜਿਵੇਂ $30 ਪਰ ਆਵਰ ਜਾਂ 25 ਜਾਂ $26 ਪਰ ਆਵਰ, ਬਟ ਉੱਥੇ ਘੰਟੇ ਵੀ ਕਈ ਵਾਰੀ ਘੱਟ ਮਿਲਦੇ ਨੇ। ਫਿਰ ਸਿਰਫ 5 ਘੰਟੇ ਲਾਉਣੇ ਜਾਂ ਫਿਰ ਕਿਤੇ ਤੁਸੀਂ 10-10 ਘੰਟੇ ਲਾ ਰਹੇ ਹੈਗੇ ਹੋ, ਇੱਕ ਵਧੀਆ ਤੁਹਾਡਾ ਮੈਨੇਜ ਹੋ ਰਿਹਾ ਹੈਗਾ। ਬਾਕੀ ਮੈਂ ਇੰਜੋਏਬਲ ਵਰਡ ਇਸ ਕਰਕੇ ਯੂਜ਼ ਕੀਤਾ ਕਿਉਂਕਿ ਉਹਨਾਂ ਜੌਬਸ ਤੇ ਮੈਂ ਵਧੀਆ ਗੁੱਡ ਫਰੈਂਡਸ ਬਣਾਏ ਐਂਡ ਉਹਨਾਂ ਨਾਲ ਵਧੀਆ ਥੋੜਾ
ਐਜ਼ ਅ ਫਨ ਵੇ ਦੇ ਨਾਲ, ਐਜ਼ ਅ ਫੈਮਿਲੀ ਵੇ ਦੇ ਨਾਲ ਇੰਜੋਏ ਕੀਤਾ। ਇੱਕ ਵਧੀਆ ਟਾਈਮ ਰਿਹਾ ਕਿਉਂਕਿ ਜੌਬਸ ਹੀ ਇੱਥੇ ਆ ਕੇ ਇੱਕ ਇੰਜੋਏ ਕਰਨ ਦਾ ਮੋਟਿਵ ਹੁੰਦੀਆਂ ਨੇ, ਤਾਂ ਕਰਕੇ ਮੈਂ ਇਹ ਚੀਜ਼ ਕਹਿ ਰਹੀ ਹਾਂ। ਬਾਕੀ ਜਦੋਂ ਤੁਸੀਂ ਆਸਟ੍ਰੇਲੀਆ ਆਓਗੇ ਤਾਂ ਓਬਵੀਅਸ ਜੀ ਗੱਲ ਹੈ ਕਿ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਇਹ ਸਭ ਕੁਝ ਦੇਖਣ ਨੂੰ ਮਿਲੂਗਾ। ਬਟ ਅਗਰ ਤੁਸੀਂ ਪੋਜ਼ੀਟਿਵ ਵੇ ਦੇ ਨਾਲ ਲੈਂਦੇ ਹੋ, ਨਾਟ ਐਜ਼ ਅ ਬਰਡਨ। ਬਟ ਰਾਈਟ ਨਾਓ ਇਹਨਾਂ ਨੇ ਲਾਸਟ ਹੁਣ ਜੁਲਾਈ ਤੋਂ ਇਹਨਾਂ ਨੇ ਵਰਕਿੰਗ ਆਵਰਸ 24 ਕਰਤੇ ਹੈਗੇ ਆ ਪਰ ਵੀਕ, ਫੋਰਟਨਾਈਟਲੀ 48 ਆਵਰਸ। ਸੋ ਉਹਦੇ ਕਰਕੇ ਮੇ ਬੀ ਤੁਹਾਡੇ ਲਈ ਡਿਫਿਕਲਟ ਹੋ ਸਕਦਾ ਹੈ ਫੀਸ ਮੈਨੇਜ ਕਰਨਾ। ਜਦੋਂ ਹੀ ਇਹਨਾਂ ਨੇ ਇਹ ਵਾਲੇ ਵਰਕਿੰਗ ਆਵਰਸ ਕੀਤੇ ਉਦੋਂ ਤੱਕ ਮੇਰੀ ਲਾਸਟ ਸਮੈਸਟਰ ਦੀ ਫੀਸ ਫਿਲ ਹੋ ਚੁੱਕੀ ਸੀ। ਸੋ ਜਿਹੜੇ ਬੱਚੇ 2022 ਦੇ ਵਿੱਚ ਆਏ ਨੇ, ਸੋ ਉਹ ਲੱਕੀ ਰਹੇ ਨੇ ਕਿਉਂਕਿ ਉਹਨਾਂ ਤੋਂ ਇਹ ਫੀਸ ਸਾਰੀ ਮੈਨੇਜ ਹੋਈ ਆ। ਬਟ ਹੁਣ ਜਿਹੜੇ ਬੱਚੇ ਆ ਰਹੇ ਨੇ ਉਹਨਾਂ ਨੂੰ ਥੋੜਾ ਮੇਬੀ ਸਟ੍ਰੈਸ ਹੋ ਸਕਦਾ ਹੈਗਾ ਕਿਉਂਕਿ 24 ਆਵਰਸ ਦੇ ਵਿੱਚ ਫੀਸ ਕੱਢਣੀ ਥੋੜੀ ਜਿਹੀ ਡਿਫਿਕਲਟ ਹੈਗੀ ਆ। ਕਿਉਂਕਿ ਤੁਸੀਂ ਇਹ ਚੀਜ਼ ਖੁਦ ਵੀ ਦੇਖ ਸਕਦੇ ਹੋ, ਮੰਨ ਲਓ ਕਿ ਤੁਹਾਨੂੰ ਕੰਮ ਤੇ $23 ਮਿਲ ਰਹੇ ਹੈਗੇ ਆ, ਠੀਕ ਹੈ, ਉਹਦੇ ਵਿੱਚੋਂ ਟੈਕਸ ਕੱਟ ਕੇ ਤੁਹਾਡੇ ਅਕਾਊਂਟ ਦੇ ਵਿੱਚ $20 ਆ ਰਹੇ ਹੈਗੇ ਆ, ਤਾਂ ਉਹਨਾਂ $20 ਨੂੰ ਤੁਸੀਂ ਮਲਟੀਪਲਾਈ ਕਰੋ 24 ਦੇ ਨਾਲ ਤੇ ਤੁਹਾਨੂੰ ਆਪਣੇ ਆਪ ਪਤਾ ਚੱਲ ਜੂਗਾ ਕਿ ਅਗਰ ਤੁਸੀਂ 6 ਮਹੀਨੇ ਲਗਾਤਾਰ ਕੰਮ ਕਰਦੇ ਹੋ, 24 ਆਵਰਸ ਕੰਮ ਕਰਦੇ ਹੋ ਹਰ ਵੀਕ ਦੇ ਵਿੱਚ, ਉਹਨੂੰ ਤੁਸੀਂ $20 ਨਾਲ ਮਲਟੀਪਲਾਈ ਕਰਕੇ ਤੁਸੀਂ ਆਪਣੇ ਆਪ ਹਿਸਾਬ ਕਿਤਾਬ ਲਾ ਸਕਦੇ ਹੋ ਕਿ ਤੁਹਾਡੀ ਐਟਲੀਸਟ $15,000 ਜਿਹੜੀ ਫੀਸ ਹੈਗੀ ਆ ਉਹ ਨਿਕਲ ਸਕਦੀ ਹੈ ਕਿ ਨਹੀਂ ਨਿਕਲ ਸਕਦੀ। ਪਰ ਇਸ ਫੀਸ ਨੂੰ ਤੁਸੀਂ GPA ਦੇ ਅਕੋਰਡਿੰਗਲੀ ਮੇਨਟੇਨ ਕਰ ਸਕਦੇ ਹੋ। ਇਸ ਤੋਂ ਬਾਅਦ ਜੇ ਮੈਂ ਕਲਾਸਿਸ ਦੀ ਗੱਲ ਕਰਾਂ, ਟਾਈਮਿੰਗ ਦੀ ਗੱਲ ਕਰਾਂ ਐਂਡ ਸਬਜੈਕਟਸ ਦੀ, ਤਾਂ ਪਹਿਲੇ ਸਮੈਸਟਰ ਦੇ ਵਿੱਚ ਐਂਡ ਸੈਕਿੰਡ ਸਮੈਸਟਰ ਦੇ ਵਿੱਚ ਮੇਰੇ 4 ਸਬਜੈਕਟ ਸੀਗੇ ਐਂਡ ਹੁਣ ਜਿਹੜੇ ਸਮੈਸਟਰਸ ਹੈਗੇ ਨੇ 3rd ਐਂਡ 4th, ਇਹਨਾਂ ਦੇ ਵਿੱਚ ਮੇਰੇ 3 ਸਬਜੈਕਟਸ ਹੀ ਸੀਗੇ। ਬਟ ਫਿਰ ਵੀ ਮੇਰੀ ਫੀਸ ਓਨੀ ਹੀ ਰਹੀ ਜਿੰਨੀ ਸੀਗੀ ਕਿਉਂਕਿ ਇਹਦੇ ਵਿੱਚ ਕੀ ਹੁੰਦਾ ਤਾਂ ਚਾਹੇ ਤੁਹਾਡਾ ਸਬਜੈਕਟ ਘੱਟ ਗਿਆ ਪਰ ਇੱਕ ਸਬਜੈਕਟ ਇਹਦੇ ਵਿੱਚ ਇਹੋ ਜਿਹਾ ਉਹ ਇਨਕਲੂਡ ਕਰ ਦਿੰਦੇ ਆ ਜਿਹੜਾ ਕਿ ਬਹੁਤ ਲੈਂਥੀ ਹੁੰਦਾ ਹੈ, ਬਹੁਤ ਲੰਮੇ ਸਮੇਂ ਤੱਕ ਚੱਲਦਾ। ਸੋ ਇੱਕ ਹੋਵੇ ਚਾਹੇ 2 ਹੋਣ, 3 ਹੋਣ ਚਾਹੇ 4 ਹੋਣ, ਕੋਈ ਫਰਕ ਨਹੀਂ ਪੈਂਦਾ, ਸੇਮ ਹੀ ਰਹਿੰਦਾ। ਤਾਂ 4 ਜਦੋਂ ਮੇਰੇ ਸਬਜੈਕਟ ਸੀਗੇ ਤਾਂ ਉਹਦੇ ਵਿੱਚ ਮੈਂ 3 ਦਿਨ ਕਾਲਜ ਜਾਂਦੀ ਹੁੰਦੀ ਸੀ ਐਂਡ ਇੱਕ ਮੇਰਾ ਆਨਲਾਈਨ ਹੁੰਦਾ ਸੀਗਾ। ਹੁਣ ਮੈਂ ਸਿਰਫ 2 ਦਿਨ ਕਾਲਜ ਜਾਣਾ ਹੁੰਦਾ ਐਂਡ ਇੱਕ ਜਿਹੜਾ ਮੇਰਾ ਹੈਗਾ ਸਬਜੈਕਟ ਉਹਨੂੰ ਮੈਂ ਆਨਲਾਈਨ ਲਿੱਤਾ ਹੈਗਾ। ਤਾਂ ਆਪਾਂ 4 ਸਬਜੈਕਟਸ ਦੇ ਵਿੱਚੋਂ ਇੱਕ ਕੋਰਸ ਆਨਲਾਈਨ ਲੈ ਸਕਦੇ ਹਾਂ। ਬਟ ਜੇ ਮੈਂ ਕਲਾਸ ਟਾਈਮਿੰਗ ਦੀ ਗੱਲ ਕਰਾਂ ਤਾਂ ਉਹ ਬਹੁਤ ਹੀ ਜ਼ਿਆਦਾ ਵੀਅਰਡ ਆ ਕਿਉਂਕਿ ਇਹਨਾਂ ਦੀ ਟਾਈਮਿੰਗ ਜਿਵੇਂ ਦੁਪਹਿਰੇ 12 ਵਜੇ ਤੋਂ 3 ਵਜੇ ਤੱਕ ਕਲਾਸ ਜਿਹੜੀ ਆ 2 ਘੰਟੇ ਹੀ ਲੱਗਦੀ ਆ। ਇੱਕ ਸਬਜੈਕਟ ਦੀ ਕਲਾਸ ਤੁਹਾਡੀ ਇੱਕ ਦਿਨ ਹੀ ਲੱਗੇਗੀ ਵੀਕ ਦੇ ਵਿੱਚ, ਠੀਕ ਹੈ। ਬਾਕੀ ਸਾਰਾ ਤੁਸੀਂ ਸੈਲਫ ਸਟੱਡੀ ਕਰਨੀ ਆ, ਅਸਾਈਨਮੈਂਟਸ ਬਣਾਉਣੀਆਂ ਨੇ, ਉਹ ਸਾਰਾ ਕੰਮ ਤੁਸੀਂ ਕਰਨਾ ਹੈ। ਕਲਾਸ ਦੇ ਵਿੱਚ ਇੱਦਾਂ ਨਹੀਂ ਹੈਗਾ ਕਿ ਤੁਸੀਂ ਕੋਈ ਬੁੱਕ ਲੈ ਕੇ ਆਉਣੀ ਆ ਉਸ ਸਬਜੈਕਟ ਦੀ ਤੇ ਫਿਰ ਤੁਹਾਨੂੰ ਚੈਪਟਰ ਬਾਈ ਚੈਪਟਰ ਪੜ੍ਹਾਇਆ ਜਾਊਗਾ, ਨਹੀਂ। ਉਹਨਾਂ ਦੀਆਂ ਆਲਰੇਡੀ ਸਲਾਈਡਸ ਪ੍ਰਿਪੇਅਰ ਹੁੰਦੀਆਂ ਨੇ ਜਸਟ ਓਵਰਆਲ ਵਿਊ ਦੇਣ ਦੇ ਲਈ। ਜ਼ਿਆਦਾਤਰ ਉਹ ਸਿਰਫ ਡਿਸਕਸ਼ਨਸ ਕਰਵਾਉਂਦੇ ਨੇ ਕਲਾਸ ਦੇ ਵਿੱਚ ਐਂਡ ਤੁਹਾਨੂੰ ਓਵਰ ਜਿਹਾ ਵਿਊ ਦਿੰਦੇ ਹੈਗੇ ਆ ਕਿ ਇਸ ਕੋਰਸ ਦੇ ਵਿੱਚ ਇਹ ਕੁਛ ਹੈਗਾ। ਐਂਡ ਇੱਕ ਚੀਜ਼ ਹੋਰ, ਇੱਥੇ ਸਬਜੈਕਟ ਨੂੰ ਸਬਜੈਕਟ ਨਹੀਂ ਕਹਿੰਦੇ ਹੈਗੇ, ਕੋਰਸ ਵਰਡ ਯੂਜ਼ ਕਰਦੇ ਆ। ਤਾਂ ਮੈਂ ਕਹਿ ਸਕਦੀ ਹਾਂ ਕਿ ਇਸ ਸਮੈਸਟਰ ਦੇ ਵਿੱਚ ਮੇਰੇ 3 ਕੋਰਸਿਸ ਨੇ, ਠੀਕ ਹੈ। ਮੈਕਸ ਟਾਈਮ ਜੇ ਹੋਵੇ ਵੀ ਤਾਂ ਕਲਾਸ 3 ਘੰਟਿਆਂ ਦੀ ਹੁੰਦੀ ਆ, ਇਸ ਤੋਂ ਜ਼ਿਆਦਾ ਨਹੀਂ ਹੁੰਦੀ। ਐਂਡ ਆਨਲਾਈਨ ਦੇ ਵਿੱਚ ਵੀ ਸੇਮ ਹੀ ਹੈ ਕਿ ਆਪਾਂ ਜ਼ੂਮ ਤੇ ਕਲਾਸ ਲਾਉਣੀ ਹੁੰਦੀ ਹੈਗੀ ਆ ਐਂਡ ਉਹ ਅਰਾਊਂਡ 2 ਆਵਰਸ ਦੀ ਹੁੰਦੀ ਆ। ਨੈਕਸਟ ਜਿਹੜਾ ਹੈਗਾ ਇੱਥੇ ਸਟੂਡੈਂਟ ਸੈਂਟਰਡ ਅਪਰੋਚ ਥੋੜੀ ਜ਼ਿਆਦਾ ਹੈਗੀ ਆ ਕਿ ਸਟੂਡੈਂਟ ਨੂੰ ਡਿਸਕਸ਼ਨਸ ਕਰਨ ਦਾ ਮੌਕਾ, ਗਰੁੱਪ ਡਿਸਕਸ਼ਨਸ ਕਰਨ ਦਾ ਮੌਕਾ ਜ਼ਿਆਦਾ ਦਿੱਤਾ ਜਾਂਦਾ। ਟੀਚਰਸ ਥੋੜੇ ਘੱਟ ਬੋਲਦੇ ਹੈਗੇ ਆ ਬਟ ਜੋ ਵੀ ਤੁਸੀਂ ਸਟੱਡੀ ਇੱਥੇ ਕਰਦੇ ਹੈਗੇ ਹੋ ਉਹਦੀ ਵੈਲਿਊ ਬਹੁਤ ਜ਼ਿਆਦਾ। ਉਸ ਸਟੱਡੀ ਦੇ ਬੇਸਿਸ ਦੇ ਉੱਪਰ ਤੁਹਾਨੂੰ ਉਹੀ ਜੌਬਸ ਮਿਲਦੀਆਂ ਨੇ ਜੋ ਤੁਸੀਂ ਸਟੱਡੀ ਕੀਤੀ ਹੈਗੀ ਆ। ਇਹ ਚੀਜ਼ ਮੈਨੂੰ ਕਾਫੀ ਵਧੀਆ ਲੱਗੀ ਹੈਗੀ ਆ। ਬਟ ਇੱਕ ਚੀਜ਼ ਹੋਰ ਆ ਕਿ ਜੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਪੜ੍ਹਦੇ ਹੋ ਨਾ ਤਾਂ ਇੱਥੋਂ ਵਰਗੀ ਲਾਈਫ ਵੀ ਨਹੀਂ ਹੈਗੀ। ਤੁਸੀਂ ਬਹੁਤ ਵਧੀਆ ਜੌਬ ਓਪਰਚੁਨਿਟੀਜ਼ ਗ੍ਰੈਬ ਕਰ ਸਕਦੇ ਹੈਗੇ ਹੋ। ਇਸ ਤੋਂ ਇਲਾਵਾ ਕਿ ਜਿਵੇਂ ਹੁਣ ਆਪਣੇ 6 ਮਹੀਨਿਆਂ ਦਾ ਸਮੈਸਟਰ ਹੁੰਦਾ ਤਾਂ 6 ਮਹੀਨਿਆਂ ਦੇ ਵਿੱਚੋਂ ਅਰਾਊਂਡ ਤੁਹਾਡੀ 4 to 5 ਮੰਥਸ ਹੀ ਕਲਾਸਿਸ ਲੱਗਣਗੀਆਂ। ਯੂਨੀਵਰਸਿਟੀ ਦੀ ਮੈਂ ਗੱਲ ਕਰ ਰਹੀ ਹਾਂ ਐਂਡ ਉਹਦੇ ਵਿੱਚੋਂ ਤੁਹਾਡੇ 2 ਮਹੀਨਿਆਂ ਬਾਅਦ ਤੁਹਾਨੂੰ ਮਿਡ ਬ੍ਰੇਕ ਮਿਲੇਗੀ ਜਿਹਦੇ ਵਿੱਚ ਤੁਹਾਡੇ ਕੋਲੇ 15 ਦਿਨਾਂ ਦੀਆਂ ਛੁੱਟੀਆਂ ਹੋਣਗੀਆਂ। ਤਾਂ ਉਹ 15 ਦਿਨਾਂ ਦੇ ਵਿੱਚ ਤੁਸੀਂ ਆਪਦੇ ਅਸਾਈਨਮੈਂਟਸ ਦੇ ਉੱਪਰ ਫੋਕਸ ਕਰ ਸਕਦੇ ਹੋ, ਥੋੜਾ ਬ੍ਰੇਕ ਲੈ ਸਕਦੇ ਹੋ, ਰੈਸਟ ਕਰ ਸਕਦੇ ਹੋ। ਤਾਂ ਹੁਣ ਤੁਸੀਂ ਸਮਝ ਸਕਦੇ ਹੋ ਕਿ 4 ਮਹੀਨੇ ਵੱਧ ਤੋਂ ਵੱਧ ਕਲਾਸਿਸ ਲੱਗਦੀਆਂ ਨੇ, 4 ਦੇ ਵਿੱਚੋਂ 2 ਮਹੀਨਿਆਂ ਬਾਅਦ ਤੁਹਾਨੂੰ ਮਿਡ ਬ੍ਰੇਕ ਮਿਲ ਜਾਂਦੀ ਆ ਐਂਡ ਜਿਹੜੀ ਕਲਾਸ ਹੈਗੀ ਆ ਇੱਕ ਸਬਜੈਕਟ ਦੀ ਇੱਕ ਹਫ਼ਤੇ ਦੇ ਵਿੱਚ 1 ਦਿਨ ਹੀ ਲੱਗਦੀ ਆ। ਤਾਂ ਸਭ ਕੁਝ ਆਰਾਮ ਨਾਲ ਮੈਨੇਜ ਹੋ ਜਾਂਦਾ ਹੈ। ਬਟ ਜਿਸ ਦਿਨ ਕਲਾਸ ਹੁੰਦੀ ਆ ਉਸ ਦਿਨ ਥੋੜਾ ਇਹ ਹੁੰਦਾ ਸੀ ਜਿਵੇਂ ਸਟਾਰਟਿੰਗ ਦੇ ਵਿੱਚ ਮੇਰੇ ਨਾਲ, ਕਿਉਂਕਿ ਉਸ ਟਾਈਮ ਦੇ ਉੱਪਰ 2 ਤੋਂ 3 ਜੌਬਸ ਐਂਡ 2 ਜੌਬਸ ਕਰਨੀਆਂ ਹੁੰਦੀਆਂ ਸੀ। ਤਾਂ ਪਹਿਲਾਂ ਯੂਨੀ, ਫਿਰ ਯੂਨੀ ਤੋਂ ਸਿੱਧਾ ਕੰਮ ਤੇ ਉਸੇ ਹੀ ਕੱਪੜਿਆਂ ਦੇ ਵਿੱਚ, ਮਤਲਬ ਕੰਮ ਵਾਲੇ ਕੱਪੜੇ ਹੀ ਯੂਨੀ ਪਾ ਜਾਣੇ ਹੁੰਦੇ ਸੀ ਜਾਂ ਕੰਮ ਤੋਂ ਸਿੱਧਾ ਯੂਨੀ,
ठीक है। कई बार जिवें क्लास मेरी शाम ਨੂੰ ਹੁੰਦੀ ਸੀ 4 ਤੋਂ 6 ਜਾਂ 3 ਤੋਂ 5 ਤਾਂ ਉਸ ਟਾਈਮ ਦੇ ਉੱਪਰ ਦਿਨੇ ਕੰਮ ਤੇ ਜਾਣਾ, ਫਿਰ ਕੰਮ ਤੋਂ ਸਿੱਧਾ मतलब यूनी जाना एंड यूनी तो फिर घरे आना। तो ठीक है, बट ਜਿਹੜੇ ਬੱਚੇ ਜਿਵੇਂ ਕਿ ਸਪਾਊਸ ਕੇਸ ਤੇ ਆ ਰਿਹਾ ਉਹਨਾਂ ਲਈ ਤਾਂ ਆਰਾਮ ਨਾਲ ਜਿਹੜੀ ਫੀਸ ਆ ਯੂਨੀਵਰਸਿਟੀ ਦੀ ਮੈਨੇਜ ਹੋ ਜਾਏਗੀ, ਕਿਉਂਕਿ ਸਪਾਊਸ ਜਿਹੜਾ ਹੈਗਾ ਉਹ ਅਨਲਿਮਿਟਿਡ ਵਰਕ ਕਰ ਸਕਦਾ ਹੈਗਾ। ਐਂਡ ਜਿਹੜਾ ਬੱਚਾ ਸਟੱਡੀ ਕਰ ਰਿਹਾ, ਠੀਕ ਹੈ, ਚਾਹੇ ਕੋਈ ਲੜਕੀ ਹੈ ਚਾਹੇ ਲੜਕਾ, ਉਹ ਆਪਦਾ 24 ਆਵਰਸ ਵਰਕ ਕਰਕੇ ਘਰ ਦੇ ਛੋਟੇ ਮੋਟੇ ਖਰਚੇ ਜਿਹੜੇ ਹੈਗੇ ਆ ਉਹ ਆਰਾਮ ਨਾਲ ਕੱਢ ਸਕਦੇ ਹੈਗੇ ਆ। ਐਂਡ ਜਿਹੜਾ ਸਪਾਊਸ ਹੈਗਾ ਉਹ ਅਨਲਿਮਿਟਿਡ ਵਰਕ ਕਰਕੇ ਫੀਸ ਪੇ ਕਰ ਸਕਦਾ। ਐਂਡ ਮੈਂ ਇਹ ਕੋਰਸ ਜਿਹੜਾ ਮੈਂ ਇੰਡੀਆ ਤੋਂ ਲੈ ਕੇ ਆਈ ਸੀ ਉਹੀ ਮੈਂ ਸਟਿਲ ਕਰ ਰਹੀ ਹੈਗੀ ਆ। ਮੈਂ ਕੋਰਸ ਚੇਂਜ ਨਹੀਂ ਕੀਤਾ ਹੈਗਾ। ਉਹ ਮੈਂ ਇਸ ਕਰਕੇ ਨਹੀਂ ਕੀਤਾ ਹੈਗਾ ਕਿਉਂਕਿ ਮੇਰਾ ਕੋਰਸ ਆਲਰੇਡੀ ਹੀ PR ਲਿਸਟ ਦੇ ਵਿੱਚ ਸੀਗਾ, ਤਾਂ ਮੈਨੂੰ ਇਦਾਂ ਫੀਲ ਹੀ ਨਹੀਂ ਹੋਇਆ ਕਿ ਮੈਂ ਇਸ ਕੋਰਸ ਨੂੰ ਚੇਂਜ ਕਰਾਂ। ਬਾਕੀ ਇਹ ਸਾਰੀਆਂ ਚੀਜ਼ਾਂ ਕੋਰਸਿਸ ਵਾਈਜ਼ ਡਿਪੈਂਡ ਕਰਦੀਆਂ ਨੇ। ਬਾਕੀ ਜਿਹੜੇ ਰੂਲਸ ਨੇ ਉਹ ਚੇਂਜ ਹੁੰਦੇ ਰਹਿੰਦੇ ਨੇ। ਇੱਕ ਰੂਲ ਹੁਣ ਇਹ ਵੀ ਆਇਆ ਹੈਗਾ ਕਿ ਪਹਿਲਾਂ ਤਾਂ ਚਲੋ ਜਿਵੇਂ ਵੀ ਸਰ ਜਾਂਦਾ ਸੀ, ਪਰ ਹੁਣ ਤੁਹਾਡੀ ਯੂਨੀਵਰਸਿਟੀਜ਼ ਦੇ ਵਿੱਚ ਜਾਂ ਕਾਲਜਿਸ ਦੇ ਵਿੱਚ ਤੁਹਾਡੀ ਅਟੈਂਡੈਂਸ ਜਿਹੜੀ ਆ ਪੂਰੀ ਹੋਣੀ ਚਾਹੀਦੀ ਆ, ਅਦਰਵਾਈਜ਼ ਤੁਹਾਨੂੰ ਡਿਗਰੀ ਨਹੀਂ ਮਿਲੇਗੀ ਜਾਂ ਫਿਰ ਤੁਹਾਡੇ ਤੇ ਕੋਈ ਹੋਰ ਐਕਸ਼ਨ ਲਿੱਤਾ ਜਾਵੇਗਾ। ਤਾਂ ਇਹਨਾਂ ਸਾਰੇ ਰੂਲਸ ਨੂੰ ਪਲੀਜ਼ ਤੁਸੀਂ ਇੱਥੇ ਆ ਕੇ ਜ਼ਰੂਰ ਫੋਲੋ ਕਰਿਓ, ਕਿਉਂਕਿ ਇੱਥੇ ਆਪਾਂ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਆ ਰਹੇ ਹਾਂ, ਐਜ਼ ਅ ਆਊਟਸਾਈਡਰ ਆ ਰਹੇ ਹਾਂ, ਤਾਂ ਆਪਾਂ ਨੂੰ ਇਹਨਾਂ ਦੇ ਰੂਲਸ ਫੋਲੋ ਕਰਨੇ ਹੀ ਪੈਣਗੇ। ਜਿਹੜੇ ਇੱਥੇ ਰਹਿੰਦੇ ਨੇ ਉਹ ਕੁਝ ਵੀ ਕਰਨ, ਆਪਾਂ ਨੂੰ ਉਹਨਾਂ ਮਗਰ ਨਹੀਂ ਲੱਗਣਾ, ਬਟ ਆਪਾਂ ਨੇ ਆਪਣੇ ਜੋ ਰੂਲਸ ਬਣਦੇ ਨੇ, ਆਪਣੀਆਂ ਜੋ ਡਿਊਟੀਜ਼ ਬਣਦੀਆਂ ਨੇ, ਰਿਸਪੌਂਸਿਬਿਲਿਟੀਜ਼ ਬਣਦੀਆਂ ਨੇ, ਉਹ ਤੁਹਾਨੂੰ ਫੋਲੋ ਕਰਨੀਆਂ ਹੀ ਚਾਹੀਦੀਆਂ ਨੇ ਐਂਡ ਕਰਨੀਆਂ ਹੀ ਪੈਣਗੀਆਂ। ਐਂਡ ਇੱਕ ਚੀਜ਼ ਹੋਰ ਕਿ ਅਸਾਈਨਮੈਂਟ ਪੈਟਰਨ ਬਾਰੇ ਮੈਂ ਇੱਕ ਵੀਡੀਓ ਬਣਾਈ ਹੋਈ ਆ ਆਲਰੇਡੀ, ਜਿਹਦੇ ਵਿੱਚ ਮੈਂ ਇੰਡੀਆ ਦਾ ਤੇ ਆਸਟ੍ਰੇਲੀਆ ਦਾ ਸਟੱਡੀ ਪੈਟਰਨ ਜਿਹੜਾ ਕੰਪੇਅਰ ਕੀਤਾ ਹੈਗਾ। ਉਹ ਵੀਡੀਓ ਜ਼ਰੂਰ ਦੇਖਿਓ, ਮੈਂ ਉਹਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੂੰਗੀ ਐਂਡ ਉਹਨੂੰ ਚੈੱਕਆਊਟ ਕਰਨਾ ਨਾ ਭੁੱਲਿਓ। ਇਹਦੇ ਨਾਲ ਤੁਹਾਨੂੰ ਹੋਰ ਵੀ ਜ਼ਿਆਦਾ ਇਨਫੋਰਮੇਸ਼ਨ ਮਿਲ ਜਾਏਗੀ ਇਸ ਚੀਜ਼ ਨੂੰ ਲੈ ਕੇ। ਨੈਕਸਟ ਜਿਵੇਂ ਕਿ ਮੈਂ PR ਦੀ ਗੱਲ ਕਰ ਰਹੀ ਸੀ, ਤਾਂ ਮੈਨੂੰ ਕਿਵੇਂ ਪਤਾ ਕਿ ਮੇਰਾ ਕੋਰਸ ਜਿਹੜਾ ਹੈਗਾ PR ਦੇ ਵਿੱਚ ਹੈਗਾ। ਤਾਂ ਇੱਥੇ ਆਸਟ੍ਰੇਲੀਆ ਦੇ ਵਿੱਚ ਹਰ ਜੂਨ ਜੁਲਾਈ ਅਗਸਤ, ਠੀਕ ਹੈ, ਇਹਨਾਂ 3 ਮਹੀਨਿਆਂ ਦੇ ਵਿੱਚੋਂ ਕਿਸੇ ਵੀ ਇੱਕ ਮਹੀਨੇ ਦੇ ਵਿੱਚ ਇਹ ਜਿਹੜੀ ਲਿਸਟ ਹੈਗੇ ਆ ਉਹ ਅਪਡੇਟ ਕਰਦੇ ਨੇ। ਨਵੇਂ ਰੂਲਸ ਜਿਹੜੇ ਨੇ ਇਹ ਅਪਡੇਟ ਕਰਦੇ ਹੁੰਦੇ ਨੇ। ਇਹਦੇ ਵਿੱਚ ਇਹ ਚੀਜ਼ਾਂ ਅਪਡੇਟ ਹੁੰਦੀਆਂ ਨੇ ਕਿ ਬੱਚੇ ਕਿੰਨੇ ਘੰਟੇ ਕੰਮ ਕਰ ਸਕਦੇ ਆ, ਜਿਵੇਂ ਪਹਿਲਾਂ 20 ਸੀ, ਫਿਰ 24, ਫਿਰ ਅਨਲਿਮਿਟਿਡ, ਇਹ ਸਾਰਾ ਕੁਝ ਠੀਕ ਹੈ ਅਪਡੇਟ ਕਰਦੇ ਨੇ। ਤਾਂ ਹੁਣ ਜੇ ਇਹ ਚੀਜ਼ ਤੁਸੀਂ ਚੈੱਕ ਕਰਨੀ ਹੋਵੇ ਤਾਂ ਕਿਵੇਂ ਕਰ ਸਕਦੇ ਹੈਗੇ ਹੋ? ਜਿਵੇਂ ਕਿ ਤੁਸੀਂ ਜਿਸ ਵੀ ਸਟੇਟ ਦੇ ਵਿੱਚ ਆਉਣਾ ਹੈ, ਜਿਵੇਂ ਕਿ ਵਿਕਟੋਰੀਆ ਹੋ ਗਿਆ, ਸਾਊਥ ਆਸਟ੍ਰੇਲੀਆ ਹੋ ਗਿਆ, ਤਾਂ ਹਰੇਕ ਸਟੇਟ ਦੀ ਅਲੱਗ ਤੋਂ ਲਿਸਟ ਜਿਹੜੀ ਹੈਗੀ ਆ ਉਹ ਅਪਡੇਟ ਹੁੰਦੀ ਆ, ਠੀਕ ਹੈ, ਉਸ ਮੰਥ ਦੇ ਵਿੱਚ। ਤਾਂ ਜਿਵੇਂ ਮੰਨ ਲਓ ਤੁਸੀਂ ਸਾਊਥ ਆਸਟ੍ਰੇਲੀਆ ਦੇ ਵਿੱਚ ਆਉਣਾ, ਤਾਂ ਤੁਸੀਂ ਕੀ ਕਰਨਾ ਹੈਗਾ, SOL ਲਿਸਟ ਜਿਹੜੀ ਆ ਉਹ ਚੈੱਕ ਕਰਨੀ ਹੈ, ਜਿਹਨੂੰ ਕਿ ਸਕਿਲਡ ਆਕੂਪੇਸ਼ਨ ਲਿਸਟ ਕਿਹਾ ਜਾਂਦਾ। ਉਸ ਲਿਸਟ ਦੇ ਵਿੱਚ ਸਾਫ਼-ਸਾਫ਼ ਉਹਨਾਂ ਨੇ ਮੈਂਸ਼ਨ ਕੀਤਾ ਹੁੰਦਾ ਕਿ ਇਸ ਆਕੂਪੇਸ਼ਨ ਵਾਲੇ ਬੰਦੇ ਨੂੰ ਇਹ ਸਾਰੀਆਂ ਚੀਜ਼ਾਂ ਚਾਹੀਦੀਆਂ ਨੇ, ਇਹ ਉਹਨਾਂ ਦਾ ਕ੍ਰਾਈਟੇਰੀਆ। ਅਗਰ ਉਹ ਮੀਟ ਕਰਦੇ ਹੈਗੇ ਨੇ ਤਾਂ ਉਹ ਆਪਦੇ 491 ਵੀਜ਼ੇ ਲਈ ਜਾਂ 190 ਵੀਜ਼ੇ ਲਈ ਅਪਲਾਈ ਕਰ ਸਕਦੇ ਨੇ। ਤਾਂ ਹੁਣ ਉਹ SOL ਲਿਸਟ ਦੇ ਵਿੱਚ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣਾ ਚਾਹੂੰਗੀ ਕਿ ਉਹਦੇ ਵਿੱਚ ਡਾਇਰੈਕਟ ਨਹੀਂ ਲਿਖਿਆ ਹੁੰਦਾ ਕਿ ਆਹ ਕੋਰਸ PR ਲਿਸਟ ਦੇ ਵਿੱਚ ਆ। ਉਹਦੇ ਵਿੱਚ ਕੀ ਲਿਖਿਆ ਹੁੰਦਾ ਕਿ ਮੰਨ ਲਓ ਜਿਹੜਾ ਕੋਰਸ ਮੈਂ ਕਰ ਰਹੀ ਹਾਂ ਤਾਂ ਉਹਦਾ ਆਕੂਪੇਸ਼ਨ ਕੀ ਨਿਕਲੂਗਾ, ਤਾਂ ਉਸ ਡਿਗਰੀ ਦੇ ਬੇਸਿਸ ਦੇ ਉੱਪਰ ਮੈਂ ਕਿਹੜੀ ਜੌਬ ਕਰੂੰਗੀ, ਠੀਕ ਹੈ। ਜਿਵੇਂ ਕਿ ਮੰਨ ਲਓ ਮੈਂ ਆਪਦੀ ਡਿਗਰੀ ਦੇ ਬੇਸਿਸ ਤੇ ਮੈਂ ਟੀਚਿੰਗ ਦੀ ਜੌਬ ਕਰੂੰਗੀ, ਤਾਂ ਤੁਸੀਂ ਉਸ ਸਕਿਲਡ ਆਕੂਪੇਸ਼ਨ ਲਿਸਟ ਦੇ ਵਿੱਚ ਟੀਚਿੰਗ ਵਾਲਾ ਆਕੂਪੇਸ਼ਨ ਦੇਖਣਾ ਕਿ ਉਹ ਆਕੂਪੇਸ਼ਨ ਹੈਗਾ ਲਿਸਟ ਦੇ ਵਿੱਚ ਕਿ ਨਹੀਂ। ਅਗਰ ਉਹ ਆਕੂਪੇਸ਼ਨ ਲਿਸਟ ਦੇ ਵਿੱਚ ਹੈਗਾ, ਦੈਟ ਮੀਨਸ ਉਹ PR ਲਿਸਟ ਦੇ ਵਿੱਚ, ਤਾਂ ਉਹਦੇ ਬੇਸਿਸ ਤੇ ਆਪਾਂ ਕਿਹੜਾ ਵੀਜ਼ਾ ਅਪਲਾਈ ਕਰ ਸਕਦੇ ਹਾਂ, 491 ਜਾਂ 190। ਐਂਡ ਉਹਨੂੰ ਅਪਲਾਈ ਕਰਨ ਦੇ ਲਈ ਆਪਾਂ ਨੂੰ ਕਿੰਨੇ ਟਾਈਮ ਦਾ ਐਕਸਪੀਰੀਅੰਸ ਚਾਹੀਦਾ ਹੈਗਾ ਐਂਡ ਉਹਦਾ ਕੀ ਕ੍ਰਾਈਟੇਰੀਆ, ਕਿੰਨੇ ਬੈਂਡ ਸਕੋਰ ਚਾਹੀਦੇ ਆ, ਉਹ ਸਾਰਾ ਕੁਝ ਉਸ ਲਿਸਟ ਦੇ ਵਿੱਚ ਹੁੰਦਾ ਜੋ ਕਿ ਤੁਸੀਂ ਚੈੱਕ ਕਰ ਸਕਦੇ ਹੈਗੇ ਹੋ ਆਨਲਾਈਨ। ਵੈਸੇ ਇਸ ਵਾਰੀ ਇਹਨਾਂ ਨੇ ਲਿਸਟ ਕਾਫੀ ਲੇਟ ਅਪਡੇਟ ਕੀਤੀ ਹੈਗੀ ਆ, ਲਾਸਟ ਮੰਥ ਹੀ ਕੀਤੀ ਆ, ਤਾਂ ਤੁਸੀਂ ਹੁਣ ਵਾਲੀ ਜਿਹੜੀ ਲਿਸਟ ਆ ਉਹ ਚੈੱਕ ਕਰ ਸਕਦੇ ਹੈਗੇ ਹੋ ਗੂਗਲ ਕਰਕੇ। ਇੱਕ ਸੁਜੈਸ਼ਨ ਮੈਂ ਹੋਰ ਦੇਣਾ ਚਾਹੂੰਗੀ ਇੱਥੇ ਕਿ ਕਿਸੇ ਵੀ ਪਰਸਨ ਦੇ ਮਗਰ ਲੱਗਣ ਤੋਂ ਪਹਿਲਾਂ, ਮੇਰੇ ਵੀ ਮਗਰ ਲੱਗਣ ਤੋਂ ਪਹਿਲਾਂ, ਇੱਕ ਚੀਜ਼ ਜ਼ਰੂਰ ਇਹ ਦੇਖਣੀ ਹੈ ਕਿ ਤੁਸੀਂ ਇੱਥੋਂ ਦੀਆਂ ਆਫੀਸ਼ੀਅਲ ਵੈਬਸਾਈਟਸ ਚੈੱਕ ਕਰਨੀਆਂ ਨੇ। ਰਿਊਮਰਸ ਬਹੁਤ ਹੁੰਦੇ ਨੇ ਰੂਲਸ ਐਂਡ ਰੈਗੂਲੇਸ਼ਨਸ ਨੂੰ ਲੈ ਕੇ, PR ਨੂੰ ਲੈ ਕੇ, ਬਹੁਤ ਸਾਰੇ, ਬਟ ਇੱਥੇ ਇੱਕ ਚੀਜ਼ ਮੈਨੂੰ ਵਧੀਆ ਇਹ ਲੱਗਦੀ ਆ ਕਿ ਜੋ ਵੀ ਰੂਲ ਹੋਊਗਾ, ਜੋ ਵੀ ਨਵੀਂ ਚੀਜ਼ ਅਪਡੇਟ ਹੋਊਗੀ, ਉਹ ਆਫੀਸ਼ੀਅਲ ਵੈਬਸਾਈਟ ਤੇ ਪਾਰਟਿਕੂਲਰਲੀ ਲਿਖੀ ਹੋਊਗੀ, ਜਿੱਥੋਂ ਤੁਸੀਂ ਇਹ ਚੀਜ਼ ਜੱਜ ਕਰ ਸਕਦੇ ਹੋ ਕਿ ਹਾਂ ਇੱਕ ਨਵਾਂ ਰੂਲ ਆਇਆ ਜਾਂ ਇੱਕ ਨਵੀਂ ਚੀਜ਼ ਆਈ ਹੈ ਜਿਹਨੂੰ ਆਪਾਂ ਫੋਲੋ ਕਰਨੀ ਹੈਗੀ ਆ। ਤਾਂ ਜਿਵੇਂ ਕਿ ਹੁਣ ਤੁਸੀਂ ਕੋਈ ਵੀ ਕੋਰਸ ਚੈੱਕ ਕਰਨਾ ਹੈ ਕਿ ਕਿਸੇ ਕੋਰਸ ਦੇ ਵਿੱਚ ਤੁਹਾਨੂੰ ਕਿੰਨੇ ਬੈਂਡ ਸਕੋਰਸ ਚਾਹੀਦੇ ਨੇ, ਕਿਹੜੀ ਯੂਨੀਵਰਸਿਟੀਜ਼ ਦੇ ਵਿੱਚ ਉਹ ਅਵੇਲੇਬਲ ਆ, ਤਾਂ ਗੂਗਲ ਕਰੋ
ਯੂਨੀਵਰਸਿਟੀਜ਼ ਦੀ ਆਫੀਸ਼ੀਅਲ ਵੈਬਸਾਈਟਸ ਤੇ ਜਾਓ, ਉੱਥੇ ਚੈੱਕ ਕਰੋ, ਕੋਰਸ ਲਈ ਚੈੱਕ ਕਰੋ, ਉਹ 'ਚ ਲਿਖਿਆ ਹੁੰਦਾ ਕਿ ਡੋਮੈਸਟਿਕ ਸਟੂਡੈਂਟਸ ਨੂੰ ਇਹ ਰਿਕੁਆਇਰਮੈਂਟਸ ਨੇ, ਇੰਟਰਨੈਸ਼ਨਲ ਸਟੂਡੈਂਟਸ ਦੀਆਂ ਇਹ ਰਿਕੁਆਇਰਮੈਂਟਸ ਨੇ, ਠੀਕ ਹੈ। ਸੋ ਆਈ ਹੋਪ ਕਿ ਤੁਹਾਨੂੰ ਇਹ ਸਾਰਾ ਕੁਝ ਵਧੀਆ ਸਮਝ ਆ ਗਿਆ ਹੋਊਗਾ ਐਂਡ ਤੁਹਾਨੂੰ ਇਹ ਵੀਡੀਓ ਹੈਲਪਫੁਲ ਲੱਗੀ ਹੋਊਗੀ। ਵੀਡੀਓ ਕਾਫੀ ਜ਼ਿਆਦਾ ਲੰਬੀ ਹੋ ਗਈ ਆ, ਸੋ ਮੈਂ ਕੋਸ਼ਿਸ਼ ਕਰੂੰਗੀ ਕਿ ਇਹਦਾ ਪਾਰਟ 2 ਬਣਾਵਾਂ। ਅਗਰ ਹੋਰ ਕੁਝ ਰਹਿ ਗਿਆ ਹੋਇਆ ਤਾਂ ਮੈਂ ਨੈਕਸਟ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ। ਐਂਡ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਐਂਡ ਸ਼ੇਅਰ ਕਰਨਾ ਆਪਦੇ ਫਰੈਂਡ ਸਰਕਲ ਦੇ ਵਿੱਚ ਨਾ ਭੁੱਲਿਓ। ਐਂਡ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਮੇਰੀਆਂ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਨੇ, ਕਿਉਂਕਿ ਤੁਹਾਡੇ ਕਮੈਂਟਸ ਮੇਰੇ ਲਈ ਇੱਕ ਮੋਟੀਵੇਸ਼ਨ ਦਾ ਕੰਮ ਕਰਦੇ ਨੇ ਕਿ ਮੈਂ ਤੁਹਾਡੇ ਲਈ ਹੋਰ ਵੀਡੀਓਜ਼ ਇਦਾਂ ਦੀਆਂ ਲੈ ਕੇ ਆਉਂਦੀ ਰਹਾਂ। ਜੋ ਤੁਸੀਂ ਕੁਐਸਚਨਸ ਪੁੱਛਦੇ ਹੋ ਐਂਡ ਵਧੀਆ ਵਧੀਆ ਕਮੈਂਟਸ ਕਰਦੇ ਹੈਗੇ ਹੋ, ਮੈਨੂੰ ਰੀਅਲੀ ਬਹੁਤ ਜ਼ਿਆਦਾ ਵਧੀਆ ਲੱਗਦਾ ਹੈਗਾ। ਐਂਡ ਮੈਂ ਕੋਸ਼ਿਸ਼ ਕਰੂੰਗੀ ਕਿ ਇਸੇ ਤਰੀਕੇ ਨਾਲ ਮੈਂ ਤੁਹਾਡੇ ਡਾਊਟਸ ਕਲੀਅਰ ਕਰਦੀ ਰਹਾਂ, ਆਪਦੇ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਦੀ ਰਹਾਂ। ਸੋ ਥੈਂਕ ਯੂ ਸੋ ਮਚ, ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਬਾਏ।